ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਕਾਫੀ ਧੁੰਦ ਪਈ ਆ, ਬੇਹੱਦ ਕੋਰਾ ਪਿਆ, 28 ਸਿਖਰ ਦੇ ਉੱਤੇ ਆ ਤੇ ਸੀਤ ਲਹਿਰ ਲਗਾਤਾਰ ਪੂਰੇ 24 ਘੰਟੇ ਪੰਜਾਬ ਦੇ ਵਿੱਚ ਚੱਲਦੀ ਰਹੀ ਆ। ਲਗਾਤਾਰ ਬਰਫ਼ਬਾਰੀ ਹੁੰਦੀ ਰਹੀ ਆ ਪਹਾੜੀ ਖੇਤਰਾਂ ਦੇ ਵਿੱਚ। ਜੰਮੂ ਕਸ਼ਮੀਰ ਤੋਂ ਪ੍ਰਾਪਤ ਖਬਰ ਦੇ ਮੁਤਾਬਕ ਗੁਲਮਰਗ ਦੇ ਵਿੱਚ 7 ਇੰਚ ਤੱਕ ਬਰਫ਼ ਪੈ ਗਈ ਹੈ। ਸੋਨਮਾਰਗ ਖੇਤਰ ਦੇ ਵਿੱਚ 3 ਤੋਂ 4 ਇੰਚ ਬਰਫ਼ ਪਈ ਹੈ। ਕਈ ਹੋਰ ਪਹਾੜੀ ਖੇਤਰਾਂ ਦੇ ਵਿੱਚ ਵੀ ਚੋਖੀ ਬਰਫ਼ਬਾਰੀ ਹੋਣ ਦੇ ਕਰਕੇ ਮੈਦਾਨੀ ਖੇਤਰਾਂ ਦੇ ਵਿੱਚ ਸੀਤ ਲਹਿਰ ਚੱਲ ਰਹੀ ਹੈ। ਇਸ ਵਕਤ ਹੱਡਾਂ ਨੂੰ ਕੰਬਾ ਦੇਣ ਵਾਲੀ ਠੰਡ ਚੱਲ ਰਹੀ ਹੈ। ਤੇ ਜੇ ਦਿਨ ਦੀ ਵੀ ਗੱਲ ਕਰਦੇ ਹਾਂ ਤਾਂ ਵਿਜ਼ੀਬਿਲਟੀ ਬੇਹੱਦ ਘਟੀ ਹੋਈ ਹੈ, ਦ੍ਰਿਸ਼ਟਤਾ ਬੇਹੱਦ ਘਟੀ ਹੋਈ ਹੈ, ਜਿਹਦੇ ਕਰਕੇ ਸੜਕ ਹਾਦਸੇ ਬੇਹੱਦ ਵਾਪਰ ਰਹੇ ਆ। ਸੋ ਇਸ ਠੰਡ ਦੇ ਵਿੱਚ ਜਦੋਂ ਠੰਡ ਪੰਜਾਬ ਦੇ ਨਾਲੋਂ ਦਿੱਲੀ ਦੇ ਵਿੱਚ ਇਸ ਵਕਤ ਵੱਧ ਹੈ ਤੇ ਉੱਥੇ ਇੱਕ ਇੱਕ ਟਰਾਲੀ ਦੇ ਵਿੱਚ ਜਿਹੜੇ 10-10 12-12 ਜਣੇ ਸੌਂ ਰਹੇ ਆ, ਉਹਨਾਂ ਦੇ ਧੰਨ ਜਿਗਰੇ ਆ। ਲੱਖ ਵਾਰੀ ਉਹਨਾਂ ਨੂੰ ਸਲਾਮ ਆ। ਆਪਣੇ ਘਰ ਦੇ ਵਿੱਚ ਕੋਈ ਆਇਆ ਹੋਵੇ ਜਾਂ ਆਪਾਂ ਕਿਸੇ ਦੇ ਘਰੇ ਗਏ ਹੋਈਏ ਤੇ ਜੇ ਇਹ ਗੱਲ ਕਹੀ ਜਾਵੇ ਕਿ ਇੱਕ ਬੈੱਡ ਦੇ ਉੱਤੇ ਤੁਸੀਂ 3 ਜਣੇ ਪੈ ਜਾਓ ਜਾਂ 4 ਜਣੇ ਪੈ ਜਾਓ, ਆਪਾਂ ਕਹਿੰਦੇ ਵੀ ਇੱਦਾਂ ਸੰਭਵ ਨਹੀਂ, ਸਾਡਾ ਕਿਤੇ ਹੋਰ ਗੱਦਾ ਲਾ ਦਿਓ। ਜਾਂ ਆਪਾਂ ਨੂੰ ਕਹੇ ਜੀ ਕਿ 2 ਜਣੇ ਤੁਸੀਂ ਮੰਜੇ ਦੇ ਉੱਤੇ ਪੈ ਜਾਓ, ਆਪਾਂ 100 ਵਾਰ ਨਖਰੇ ਕਰਦੇ। ਪਰ ਉਹ ਲੋਕ ਕਿੰਨੇ ਮਹਾਨ ਆ, ਉਹ ਕਿਸਾਨ ਕਿੰਨੇ ਮਹਾਨ ਆ, ਉਹ ਭੈਣਾਂ ਵੀਰ ਕਿੰਨੇ ਮਹਾਨ ਆ, ਜਿਹੜੇ ਕਿ ਇੱਕ ਇੱਕ ਟਰਾਲੀ ਦੇ ਵਿੱਚ 12-12 ਜਣੇ ਸੌਂਦੇ ਆ। ਸੋ ਮੈਂ ਉਹਨਾਂ ਤੋਂ ਬਲਹਾਰੇ ਜਾਵਾਂ, ਚਿੱਤ ਕਰਦਾ ਵੀ ਉਹਨਾਂ ਦੀਆਂ ਬਾਤਾਂ ਹੀ ਪਾਈਆਂ ਜਾਣ ਵੀ ਉਹ ਕਿੰਨੇ ਸਿਰੜੀ ਆ, ਉਹ ਕਿੰਨੇ ਵੱਡੇ ਯੋਧੇ ਆ। ਤੇ ਬੇਸ਼ੱਕ ਕੇਂਦਰ ਦੀ ਸਰਕਾਰ ਉਹਨਾਂ ਨੂੰ ਟਿੱਚ ਜਾਣਦੀ ਹੈ, ਪਰ 35 ਦਿਨ ਹੋ ਗਏ ਉਹਨਾਂ ਨੂੰ ਲਗਾਤਾਰ ਵੱਖ-ਵੱਖ ਹੱਦਾਂ ਦੇ ਉੱਤੇ ਡਟੇ ਹੋਏ ਤੇ ਉਹ ਲਗਾਤਾਰ ਇਹ ਵੀ ਗੱਲ ਕਹਿ ਰਹੇ ਵੀ ਕੋਈ ਪਰਵਾਹ ਨਹੀਂ, ਅਸੀਂ ਇੱਦਾਂ ਹੀ ਸਿਰੜ ਦੇ ਨਾਲ ਲੜੀ ਜਾਵਾਂਗੇ। ਜਦੋਂ ਮੰਨੇ ਅਸੀਂ ਫੇਰ ਘਰਾਂ ਨੂੰ ਜਾਵਾਂਗੇ ਤੇ ਕੇਂਦਰ ਦੀ ਸਰਕਾਰ ਦੀ ਗੋਡੀ ਅਸੀਂ ਲਵਾ ਕੇ ਜਾਵਾਂਗੇ। ਇਹੋ ਜਿਹੇ ਜਿਗਰੇ ਕਿਸਾਨਾਂ ਦੇ ਹੀ ਹੋ ਸਕਦੇ ਆ। ਤੁਸੀਂ ਦੇਖੋ ਬਾਕੀ ਜਿਹੜੇ ਕਾਰੋਬਾਰੀ ਲੋਕ ਆ, ਕਿਸੇ ਨੂੰ ਇਹ ਗੱਲ ਕਹੇ ਵੀ 1 ਰੁਪਈਆ ਤੁਸੀਂ ਭਾਅ ਸਸਤਾ ਕਰ ਲਓ, ਕਿਸੇ ਨੂੰ ਕਹੇ ਜੀ ਕਿ 100 ਰੁਪਈਆ ਛੱਡ ਦਿਓ। ਕੋਈ ਦੁਕਾਨਦਾਰ ਹੋਵੇ ਬੰਦਾ 100 ਗੱਲਾਂ ਕਰਦਾ, ਪਰ ਇਹ ਕਿਸਾਨ ਹੀ ਆ। 6 ਮਹੀਨਿਆਂ ਬਾਅਦ ਫਸਲ ਦਾ ਮੁੱਲ ਮਿਲਣਾ ਹੁੰਦਾ, ਉਹ ਵੀ ਪਤਾ ਨਹੀਂ ਕਿਹੋ ਜਿਹਾ ਮਿਲਣਾ, ਤੇ ਫਿਰ ਅਗਲੇ ਸਾਲ ਦੀ ਤਿਆਰੀ ਕਰੀ ਜਾਂਦਾ ਹੁੰਦਾ। ਇਦੋਂ ਵੱਡਾ ਜਿਗਰਾ ਹੋਰ ਹੋ ਕੀ ਨਾ ਸਕਦਾ। ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਜੋ ਕੇਂਦਰ ਦੀ ਸਰਕਾਰ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਚੋਰ ਭਲਾਈ ਦਿੱਤੀ ਗਈ ਹੈ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ, ਉਹਦੇ ਨਾਲ ਜੁੜੀ ਹੋਈ ਹੈ। ਬੇਸ਼ੱਕ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਅਸੀਂ ਜਿੱਤ ਦੇ ਵੱਲ 2 ਪੈਰ ਪੱਟ ਲਏ ਆ, ਪਰ ਮੈਂ ਇਹਨੂੰ ਹੋਰ ਪ੍ਰਸੰਗ ਦੇ ਵਿੱਚ ਸੋਚਦਾ ਵੀ ਜਿਹੜੀਆਂ ਅਸੀਂ 2 ਮੁੱਖ ਮੰਗਾਂ ਰੱਖੀਆਂ, ਕਿਉਂਕਿ ਉਹ 2 ਮੰਗਾਂ ਜੇਕਰ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੀਆਂ 2 ਮੰਗਾਂ ਇਹਨਾਂ ਨੇ ਮੰਨਣ ਦੀ ਗੱਲ ਕੀਤੀ ਆ, ਇਹਨਾਂ ਦੀ ਕੋਈ ਤੁੱਕ ਨਹੀਂ ਬਣਦੀ। ਜੇਕਰ ਇਹ 2 ਮੰਗਾਂ ਜਿਹੜੀਆਂ ਇਹ ਕਹਿ ਦਿੰਦੇ ਕੋਈ ਨਹੀਂ ਅਸੀਂ ਵਿਚਾਰ ਲਾਂਗੇ, ਤੇ ਪਹਿਲੀਆਂ 2 ਮੰਗਾਂ ਜਿਹੜੀਆਂ ਉਹ ਅਸੀਂ ਤੁਹਾਡੀਆਂ ਸਵੀਕਾਰ ਲਈਆਂ, ਉਹ ਅਸੀਂ ਖੇਤੀ ਕਾਨੂੰਨ ਰੱਦ ਵੀ ਕਰ ਦਿੰਦੇ ਆ, MSP ਦੀ ਅਸੀਂ ਲਿਖਤੀ ਗਰੰਟੀ ਵੀ ਦਿੰਦੇ ਆ, ਅਸੀਂ ਸਮਝਾਂਗੇ ਵੀ ਪੌਣੀ ਜੰਗ ਅਸੀਂ ਜਿੱਤ ਲਈ ਆ। ਪਰ ਹੁਣ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਵੀ 4 ਦੇ ਵਿੱਚੋਂ 2 ਮੰਗਾਂ ਮੰਨ ਕੇ ਇਹਨਾਂ ਨੇ 50% ਜੰਗ ਸਾਡੀ ਜਿੱਤ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਇੱਦਾਂ ਸੰਭਵ ਨਹੀਂ ਆ। ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਪਹਿਲਾਂ ਹੀ ਇਹ ਸੋਚਿਆ ਹੋਇਆ ਸੀ ਵੀ ਜੇਕਰ ਦਬਾਅ ਬਹੁਤਾ ਸਾਡੇ ਉੱਤੇ ਬਣ ਗਿਆ ਤੇ ਜੇਕਰ ਸਾਨੂੰ 50% ਦੀ ਮੰਗਾਂ ਮੰਨਣੀਆਂ ਵੀ ਪਈਆਂ ਤਾਂ ਅਸੀਂ ਆਹ 2 ਨੁਕਤਿਆਂ ਦੇ ਉੱਤੇ ਵਿਚਾਰ ਕਰ ਲਾਂਗੇ, ਪਰ ਇਹਨਾਂ 2 ਨੁਕਤਿਆਂ ਦੇ ਉੱਤੇ ਅਸੀਂ ਬਿਲਕੁਲ ਵਿਚਾਰ ਨਹੀਂ ਕਰਨਾ ਗਾ। ਇਹ ਵੀ ਗੱਲ ਕਹਿ ਸਕਦੇ ਹਾਂ ਵੀ ਲੰਘੇ ਕੱਲ੍ਹ ਵਾਲੀ ਮੀਟਿੰਗ ਬੇਸਿੱਟਾ ਰਹੀ ਹੈ। ਇਹ ਵੀ ਗੱਲ ਕਹਿ ਸਕਦੇ ਵੀ ਥੋੜ੍ਹੀ ਬਹੁਤੀ ਗੱਲ ਮੰਨੀ ਗਈ ਹੈ। ਇਹ ਵੀ ਕਹਿ ਸਕਦੇ ਹਾਂ ਵੀ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ। ਕੁਝ ਵੀ ਕਹਿ ਲਓ, ਇਹਦੇ ਮੁਤਲਕ ਸਭ ਦੇ ਆਪੋ ਆਪਣੇ ਵਿਚਾਰ ਹੈ। ਪਰ ਮੇਰੇ ਜ਼ਾਤੀ ਤੌਰ ਦੇ ਉੱਤੇ ਵਿਚਾਰ ਇਹ ਹੈ ਵੀ ਸਾਨੂੰ ਉਹਨਾਂ ਨੇ ਬਹੁਤਾ ਇਸ ਵਕਤ ਤਵੱਜੋ ਦੇ ਵਿੱਚ ਫੇਰ ਨਹੀਂ ਰੱਖਿਆ। 5 ਘੰਟੇ ਤੋਂ ਵੱਧ ਮੀਟਿੰਗ ਹੋਈ ਆ। ਬਲਵੀਰ ਸਿੰਘ ਰਾਜੇਵਾਲ ਨੂੰ ਨਰਿੰਦਰ ਸਿੰਘ ਤੋਮਰ ਹੋਰੀ ਕਹਿੰਦੇ ਵੀ ਆਪਾਂ ਕਲੋਜ਼ ਦਰ ਕਲੋਜ਼ ਗੱਲ ਕਰਦੇ ਹਾਂ। ਉਹ ਕਹਿੰਦੇ ਵੀ ਕਲੋਜ਼ ਕਲਾਸ ਦੀ ਕੋਈ ਗੱਲ ਨਹੀਂ, ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਆਏ ਆ। ਉਹ ਕਹਿੰਦੇ ਵੀ ਰੱਦ ਰੁੱਦ ਵਾਲੀ ਗੱਲ ਬਾਅਦ ਦੇ ਵਿੱਚ ਆ, ਆਪਾਂ ਤੁਹਾਡੀਆਂ 2 ਮੰਗਾਂ ਮੰਨ ਲੈਂਦੇ ਆ। ਇੱਕ ਤਾਂ ਇਹ ਆ ਵੀ ਜਿਹੜਾ ਪਰਾਲੀ ਸਾੜਨ ਵਾਲਾ ਮਾਮਲਾ, ਇਹਦੇ ਉੱਤੇ ਕਾਂਟਾ ਫੇਰਨ ਬਾਰੇ ਸੋਚ ਲੈਂਦੇ ਆ, ਕਿਉਂਕਿ ਜਿਹੜਾ ਆਪਾਂ ਜਾਣਦੇ ਪ੍ਰਦੂਸ਼ਣ ਸੰਬੰਧੀ ਆਰਡੀਨੈਂਸ ਲੈ ਕੇ ਆਏ ਆ, ਉਹਦੇ ਵਿੱਚ ਕਿਸਾਨ ਦੇ ਪਰਾਲੀ ਸਾੜਨ ਦੇ ਉੱਤੇ 5 ਸਾਲ ਦੀ ਜਿਹੜੀ ਸਜ਼ਾ ਤੇ ਕਰੋੜ ਰੁਪਏ ਦਾ ਜੁਰਮਾਨਾ, ਕਹਿੰਦੇ ਇਹਦੇ ਉੱਤੇ ਕਾਂਟਾ ਫੇਰ ਲਾਂਗੇ। ਦੂਜੀ ਗੱਲ ਕਹਿੰਦੇ ਵੀ ਜਿਹੜਾ ਇਸ ਵਕਤ ਆਪਾਂ ਸਬਸਿਡੀਆਂ ਦੀ ਗੱਲ ਕਰਦੇ ਆ, ਜੋ ਖੇਤੀਬਾੜੀ ਸੈਕਟਰ ਦੀ ਬਿਜਲੀ ਆ, ਉਹਦੇ ਮੁਤਲਕ ਜਾਣਕਾਰੀ ਮਿਲੀ ਸੀ ਜੀ ਕਿ ਸਬਸਿਡੀ ਖਤਮ ਕਰ ਦਿੱਤੀ ਜਾਣੀ। ਇੱਦਾਂ ਇਹ ਸਿੱਧੀ ਕਿਸਾਨ ਦੇ ਖਾਤੇ ਵਿੱਚ ਆਇਆ ਕਰੂਗੀ। ਕਹਿੰਦੇ ਵੀ ਆਪਾਂ ਇਹਦੇ 'ਤੇ ਵੀ ਵਿਚਾਰ ਕਰ ਲੈਂਦੇ ਆ। ਇਹ ਫਾਰਮੂਲਾ ਹੂ-ਬ-ਹੂ ਜਿਵੇਂ ਹੋਣਾ ਇਵੇਂ ਚਾਲੂ ਰਹੂਗਾ, ਪਰ MSP ਦੀ ਲਿਖਤੀ ਗਰੰਟੀ ਦੇ ਉੱਤੇ ਕੋਈ ਚਰਚਾ ਨਹੀਂ ਕਰਦੇ। ਖੇਤੀ ਕਾਨੂੰਨ ਤਿੰਨੇ ਰੱਦ ਕਰਨ ਦੇ ਬਾਬਤ ਕੋਈ ਚਰਚਾ ਨਹੀਂ ਕੀਤੀ ਉਹਨਾਂ ਨੇ। ਉਹ ਗੋਂਗਲੂਆਂ ਤੋਂ ਮਿੱਟੀ ਝਾੜੀ ਗਏ ਆ, ਗੱਲ ਨੂੰ ਟਰਕਾਈ ਗਏ ਆ। ਤੇ ਇਸ ਕਰਕੇ 5 ਘੰਟੇ ਲੰਮੀ ਇਹ ਮੀਟਿੰਗ ਚੱਲੀ ਆ, 5 ਘੰਟੇ ਤੋਂ ਵੀ ਵੱਧ ਹੀ ਚੱਲੀ ਆ। ਹੁਣ ਪਤਾ ਲੱਗਾ ਜੀ ਕਿ ਕਿਸਾਨ ਜਥੇਬੰਦੀਆਂ ਦਾ ਏਕਾ ਜੇਕਰ ਰਹੂਗਾ ਤਾਂ 4 ਜਨਵਰੀ ਨੂੰ ਜਿਹੜੀ ਦੁਬਾਰਾ ਮੀਟਿੰਗ ਹੋਣੀ ਆ,
ਇਹਦੇ ਵਿੱਚ ਸ਼ਾਇਦ ਕੋਈ ਨਾ ਕੋਈ ਸਾਡੇ ਪਿੰਡ ਪੱਲੇ ਪੈ ਜੇ ਕੁਛ, ਤੇ ਜੇਕਰ ਉਦੋਂ ਤੱਕ ਕਿਸਾਨ ਜਥੇਬੰਦੀਆਂ ਖਿੰਡ ਗਈਆਂ ਤਾਂ ਫਿਰ ਸਾਡੇ ਪਿੰਡ ਪੱਲੇ ਸ਼ਾਇਦ ਬਾਕੀ ਦੋ ਨੁਕਤਿਆਂ ਦੇ ਵਿੱਚੋਂ ਕੁਝ ਵੀ ਨਾ ਪਵੇ। ਤੇ ਕੇਂਦਰ ਦੀ ਸਰਕਾਰ ਇਸ ਗੱਲ ਦੀ ਉਡੀਕ ਕਰ ਰਹੀ ਹੈ ਵੀ ਕਿਸਾਨ ਜਥੇਬੰਦੀਆਂ ਇਸ ਮਾਮਲੇ ਦੇ ਉੱਤੇ ਖਿੰਡਦੀਆਂ ਕਿ ਨਹੀਂ, ਇਹ ਦੇਖ ਲਈਏ। ਕਿਉਂਕਿ ਕੁਝ ਕੁ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਦੱਬਵੀਂ ਸੁਰ ਦੇ ਵਿੱਚ ਕਹੀ ਹੈ ਵੀ ਸਾਰਾ ਕੁਝ ਤਾਂ ਇਹਨਾਂ ਨੇ ਮੰਨਣਾ ਹੀ ਨਹੀਂ ਸੀ, ਜਿਹੜੀਆਂ ਦੋ ਗੱਲਾਂ ਮੰਨਦੇ ਆ ਇਹ ਵੀ ਠੀਕ ਹੈ। ਪਰ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਵੀ ਨਹੀਂ, ਇਹਨਾਂ ਦੋਹਾਂ ਦੇ ਨਾਲ ਕੋਈ ਗੱਲ ਨਹੀਂ ਬਣਦੀ, ਆਪਾਂ 100% ਦੀ ਮੰਗਾਂ ਮਨਵਾ ਕੇ ਫਿਰ ਜਾਣਾ। ਹੁਣ ਕੇਂਦਰ ਦੀ ਸਰਕਾਰ ਉਡੀਕ ਕਰ ਰਹੀ ਹੈ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਮਸਲੇ ਦੇ ਉੱਤੇ ਪਾਟੋ ਧਾੜ ਹੁੰਦੀ ਹੈ ਕਿ ਨਹੀਂ। ਜੇ ਪਾਟੋ ਧਾੜ ਹੋ ਜਾਂਦੀ ਹੈ ਇਹਦੇ ਨਾਲ ਕੇਂਦਰ ਨੂੰ ਫਾਇਦਾ, ਤੇ ਜੇਕਰ ਨਹੀਂ ਹੁੰਦੀ ਤਾਂ ਫਿਰ ਕੇਂਦਰ ਦਾ ਬਹੁਤ ਵੱਡਾ ਨੁਕਸਾਨ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਦਰਵਾਜ਼ੇ ਦੇ ਉੱਤੇ 35 ਦਿਨ ਤੋਂ ਡੇਰਾ ਲਾਈ ਬੈਠੇ ਕਿਸਾਨ ਇੱਥੇ ਸਰਕਾਰ ਦੇ ਨਾਲ ਲੰਘੇ ਕੱਲ੍ਹ 7ਵੀਂ ਵਾਰ ਗੱਲਬਾਤ ਕਰਨ ਪਹੁੰਚੇ। ਹਰ ਵਾਰ ਦੀ ਤਰ੍ਹਾਂ ਉਹ ਆਪਣਾ ਖਾਣਾ ਨਾਲ ਲੈ ਕੇ ਗਏ। ਇਸ ਵਾਰ ਅੱਡਰੀ ਗੱਲ ਇਹ ਸੀ ਕਿ ਨਰਿੰਦਰ ਸਿੰਘ ਤੋਮਰ ਤੇ ਪੀਯੂਸ਼ ਗੋਇਲ ਨੇ ਵੀ ਕਿਸਾਨਾਂ ਦੇ ਨਾਲ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਿਆ। 3 ਘੰਟੇ ਤੋਂ ਵੱਧ ਸਮਾਂ ਪਹਿਲੇ ਦੌਰ ਦੇ ਵਿੱਚ ਗੱਲਬਾਤ ਚੱਲੀ ਤੇ ਕੁੱਲ 5 ਘੰਟੇ ਤੋਂ ਵੱਧ ਸਮਾਂ ਗੱਲਬਾਤ ਹੋਈ ਹੈ। ਅਗਲੀ ਮੀਟਿੰਗ ਹੁਣ 4 ਜਨਵਰੀ ਨੂੰ ਹੋਣੀ ਹੈ। ਕਿਸਾਨਾਂ ਦੇ 4 ਵੱਡੇ ਮੁੱਦੇ ਨੇ। ਸਰਕਾਰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲਵੇ, ਦੂਜਾ ਇਹ ਕਿ ਸਰਕਾਰ ਇਹ ਲੀਗਲ ਗਰੰਟੀ ਦੇਵੇ ਕਿ MSP ਜਾਰੀ ਰਹੇਗੀ, ਤੀਜਾ ਬਿਜਲੀ ਬਿੱਲ ਵਾਪਸ ਲਿਆ ਜਾਵੇਗਾ, ਤੇ ਚੌਥਾ ਮੁੱਦਾ ਹੈ ਕਿ ਪਰਾਲੀ ਸਾੜਨ ਦੇ ਉੱਤੇ ਸਜ਼ਾ ਦਾ ਪ੍ਰਾਵਧਾਨ ਯਾਨੀ ਕਿ ਐਕਟ ਆ ਜਿਹੜਾ ਉਹ ਵਾਪਸ ਲਿਆ ਜਾਵੇ। 5 ਘੰਟੇ ਤੋਂ ਬਾਅਦ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਬਿਜਲੀ ਬਿੱਲ ਤੇ ਪਰਾਲੀ ਦੇ 2 ਮੁੱਦਿਆਂ ਦੇ ਉੱਤੇ ਸਹਿਮਤੀ ਬਣ ਗਈ। ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਦੇ ਉੱਤੇ ਰਾਜ਼ੀ ਹੋ ਗਈ। ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਕਿਸਾਨਾਂ ਦਾ ਕਹਿਣਾ ਸੀ ਕਿ ਵਾਤਾਵਰਣ ਨਾਲ ਜੁੜੇ ਆਰਡੀਨੈਂਸ ਦੇ ਵਿੱਚ ਪਰਾਲੀ ਦੇ ਮਾਮਲੇ 'ਚ ਕਿਸਾਨਾਂ ਨੂੰ ਸ਼ਾਮਲ ਨਾ ਕੀਤਾ ਜਾਵੇ। ਸਰਕਾਰ ਤੇ ਕਿਸਾਨਾਂ ਦੇ ਵਿੱਚ ਇਸ ਦਰਮਿਆਨ ਰਜ਼ਾਮੰਦੀ ਬਣ ਗਈ ਹੈ। ਦੂਜਾ ਮੁੱਦਾ ਇਲੈਕਟ੍ਰੀਸਿਟੀ ਐਕਟ ਦਾ ਹੈ, ਜੋ ਹਾਲੇ ਤੱਕ ਨਹੀਂ ਆਇਆ। ਕਿਸਾਨਾਂ ਨੂੰ ਲੱਗਦਾ ਕਿ ਇਸ ਐਕਟ ਦੇ ਨਾਲ ਉਹਨਾਂ ਦਾ ਨੁਕਸਾਨ ਹੋਵੇਗਾ। ਕਿਸਾਨਾਂ ਨੂੰ ਸਿੰਚਾਈ ਦੇ ਲਈ ਜੋ ਸਬਸਿਡੀ ਮਿਲਦੀ ਹੈ ਉਹ ਉਵੇਂ ਹੀ ਚੱਲਣੀ ਚਾਹੀਦੀ ਹੈ, ਇਹਦੇ ਉੱਤੇ ਵੀ ਰਜ਼ਾਮੰਦੀ ਹੋ ਗਈ ਹੈ। ਤੋਮਰ ਨੇ ਕਿਹਾ ਕਿ ਕਿਸਾਨ ਯੂਨੀਅਨ 3 ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀਆਂ ਗੱਲਾਂ ਕਰਦੀਆਂ ਰਹੀਆਂ। ਅਸੀਂ ਆਪਣੇ ਤਰਕਾਂ ਦੇ ਨਾਲ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੀ ਸਮੱਸਿਆ ਕਿੱਥੇ ਹੈ। ਜਿੱਥੇ ਸਮੱਸਿਆ ਹੈ ਉੱਥੇ ਸਰਕਾਰ ਖੁੱਲ੍ਹੇ ਮਨ ਨਾਲ ਵਿਚਾਰ ਕਰਨ ਨੂੰ ਤਿਆਰ ਹੈ। MSP ਦੇ ਵਿਸ਼ੇ ਦੇ ਉੱਤੇ ਸਰਕਾਰ ਪਹਿਲਾਂ ਵੀ ਕਹਿੰਦੀ ਆਈ ਹੈ ਕਿ ਜਾਰੀ ਰਹੇਗੀ। ਕਿਸਾਨਾਂ ਨੂੰ ਇਹ ਲੱਗਦਾ ਕਿ MSP ਨੂੰ ਕਾਨੂੰਨੀ ਦਰਜਾ ਮਿਲਣਾ ਚਾਹੀਦਾ। ਦੋਹਾਂ ਮੁੱਦਿਆਂ ਦੇ ਉੱਤੇ ਚਰਚਾ ਜਾਰੀ ਹੈ। ਅਸੀਂ 4 ਜਨਵਰੀ ਨੂੰ 2 ਵਜੇ ਫਿਰ ਇਕੱਠੇ ਹੋਵਾਂਗੇ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਨੂੰ ਅੱਗੇ ਵਧਾਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ 4 ਦੇ ਵਿੱਚੋਂ 2 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਇਸ ਮਾਮਲੇ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਅੱਡੋ ਅੱਡੇ ਵਿਚਾਰ ਹੋਣਗੇ। ਇਸ ਗੱਲ ਦੀ ਸਾਨੂੰ ਪੂਰੀ ਆਸ ਹੈ। ਜਿਹੜੇ ਵੀ ਇਸ ਵਕਤ ਕਿਸਾਨ ਵੱਖ-ਵੱਖ ਸੂਬਿਆਂ ਤੋਂ ਆ ਕੇ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਆ, ਉਹਦੇ ਵਿੱਚੋਂ ਕਿਸੇ ਇੱਕ ਨੂੰ ਵੀ ਪੁੱਛ ਕੇ ਦੇਖਿਆ ਜਾਵੇ ਕਿ ਆਪਾਂ 100% ਦੀ ਜਿੱਤ ਤੋਂ ਬਿਨਾਂ ਘਰ ਨੂੰ ਵਾਪਸ ਮੁੜਨਾ, ਉਹ ਕਹਿਣਗੇ ਬਿਲਕੁਲ ਨਹੀਂ ਮੁੜਨਾ। ਪਰ ਜੇਕਰ ਇਸ ਵਕਤ ਕੇਂਦਰ ਦੀ ਸਰਕਾਰ 50% ਦੀ ਮੰਗਾਂ ਮੰਨਣ ਦੇ ਉੱਤੇ ਆਈ ਹੈ ਤੇ ਆਪਣਾ ਦਬਾਅ ਜੇਕਰ ਇਵੇਂ ਬਣਿਆ ਰਿਹਾ ਤੇ ਕਿਸਾਨ ਜਥੇਬੰਦੀਆਂ ਜੇਕਰ ਨਾ ਝੁਕੀਆਂ ਤੇ ਜੇਕਰ ਇਹਨਾਂ ਦੇ ਵਿੱਚ ਫੁੱਟ ਨਾ ਪਈ ਤਾਂ ਆਉਂਦੇ ਸਮੇਂ ਦੇ ਵਿੱਚ ਆਪਾਂ 100 ਨਹੀਂ ਤਾਂ 90% ਦੀ ਜਿੱਤ ਦੇ ਵੱਲ ਤਾਂ ਵੱਧ ਜਾਵਾਂਗੇ। ਪਰ ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਹੈ, ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਆਹ ਪਾਲੇ ਦੇ ਵਿੱਚ ਇਹਨਾਂ ਨੇ ਗਿੰਦ ਸੁੱਟ ਕੇ ਵੀ 2 ਮੰਗਾਂ ਤੁਹਾਡੀਆਂ ਮੰਨ ਲੈਂਦੇ ਤੇ 2 ਤੁਸੀਂ ਸਾਡੀਆਂ ਮੰਨ ਲਓ, ਤੇ ਇਹਦੇ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਫੁੱਟ ਪੈ ਜੇ, ਵਿਚਾਰਧਾਰਕ ਮਤਭੇਦ ਉੱਭਰ ਆਉਣ। ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਕਿ 100% ਦੀ ਜਿੱਤ ਤੋਂ ਬਿਨਾਂ ਅਸੀਂ ਘਰ ਨਹੀਂ ਮੁੜਨਾ। ਤੇ 1-2 ਜਥੇਬੰਦੀਆਂ ਨੇ ਵੀ ਗੱਲ ਕਹੀ ਹੈ ਵੀ ਚਲੋ ਕੋਈ ਨਾ, ਜਿੰਨੀ ਕੁ ਮੰਨਦੇ ਆ, ਜੇਕਰ ਇਹ ਵੀ ਨਾ ਮੰਨਦੇ ਤਾਂ ਵੀ ਫਿਰ ਆਪਾਂ ਕੀ ਕਰ ਲੈਂਦੇ। ਇਸ ਕਰਕੇ ਜੇਕਰ ਇਹ ਫੁੱਟ ਪੈ ਜਾਂਦੀ ਹੈ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਇਸ ਅੰਦੋਲਨ ਨੂੰ ਹੋਣਾ। ਸਾਡੀ ਨਿੱਜੀ ਤੌਰ ਦੇ ਉੱਤੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨੂੰ ਪੈਰ ਪਛਾਣ ਨੂੰ ਨਹੀਂ ਪੱਟਣੇ ਚਾਹੀਦੇ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਇੰਨਾ ਵੱਡਾ ਅੰਦੋਲਨ ਹੈ ਜਿਹਦੇ ਬਾਬਤ ਇਸ ਵਕਤ ਦੁਨੀਆ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ। ਤੇ ਜੇਕਰ ਅਸੀਂ ਹੁਣ ਕੋਈ ਨਾ ਕੋਈ ਗਲਤੀ ਕਰ ਲਈ, ਜੇਕਰ ਅਸੀਂ ਟਪਲਾ ਖਾ ਗਏ, ਜੇਕਰ ਅਸੀਂ ਕੇਂਦਰ ਦੀਆਂ ਗੱਲਾਂ ਦੇ ਵਿੱਚ ਆ ਗਏ ਤਾਂ ਸਮਝ ਲਓ ਸਾਡੇ ਪੁੱਠੀ ਗਿਣਤੀ ਸ਼ੁਰੂ ਹੋ ਗਈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਅੱਜ ਯਾਨੀ ਕਿ 31 ਤਰੀਕ ਨੂੰ ਦਿੱਲੀ ਨੂੰ ਚਾਰੇ ਪਾਸਿਓਂ ਵੱਖ-ਵੱਖ ਸੂਬਿਆਂ ਦੇ ਟਰੈਕਟਰਾਂ ਦੇ ਨਾਲ ਘੇਰਾ ਪਾਉਣ ਦਾ ਪ੍ਰੋਗਰਾਮ ਸੀ। ਇਹਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਅਗਲੀ ਮੀਟਿੰਗ ਹੁਣ 4 ਜਨਵਰੀ ਨੂੰ ਆ। ਜੇ ਤਾਂ 4 ਜਨਵਰੀ ਨੂੰ ਕੋਈ ਸਾਰਥਕ ਨਤੀਜਾ ਨਿਕਲ ਆਉਂਦਾ ਫਿਰ ਤਾਂ ਇਹ ਕਹਿੰਦੇ ਵੀ ਟਰੈਕਟਰ ਮਾਰਚ ਨਹੀਂ ਹੋਊਗਾ, ਤੇ ਨਹੀਂ ਤਾਂ ਫਿਰ ਟਰੈਕਟਰ ਮਾਰਚ ਕਰਨ ਦੀ ਤਿਆਰੀ ਕੀਤੀ ਜਾਊਗੀ 4 ਜਨਵਰੀ ਤੋਂ ਬਾਅਦ। ਅੱਜ ਵਾਲਾ ਪ੍ਰੋਗਰਾਮ ਕੈਂਸਲ ਕਰਤਾ, ਇਹ 4 ਤੋਂ ਬਾਅਦ ਹੋਊਗਾ। ਹੁਣ ਉਸ ਤੋਂ ਅਗਲੀ ਗੱਲ ਇਹ ਹੈ ਵੀ ਰਾਕੇਸ਼ ਟਕੈਤ ਹੋਰਾਂ ਨੇ ਕਿਹਾ, ਜਿਹੜਾ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਆ ਇਹਦੇ ਤੋਂ ਬਾਅਦ MSP ਤੋਂ 50% ਦੀ ਘੱਟ ਮੁੱਲ ਦੇ ਉੱਤੇ ਯੂਪੀ ਦੇ ਵਿੱਚ ਫਸਲਾਂ ਖਰੀਦੀਆਂ ਜਾ ਰਹੀਆਂ। ਤੇ ਯੂਪੀ ਦੇ ਵਿੱਚ ਆਪਾਂ ਜਾਣਦੇ ਸਰਕਾਰ ਹੈਗੀ ਆ ਭਾਜਪਾ ਦੀ, ਮੁੱਖ ਮੰਤਰੀ ਹੈਗੇ योगी आदित्यनाथ। ਉਹ ਤਾਂ ਵਾਰ-ਵਾਰ ਇੱਕੋ ਗੱਲ ਦੀ ਟਾਰ ਮਾਰਦੇ ਵੀ हमने तो बहुत अच्छे कानून लेके आए हैं,
हम तो आमदन को दुगना करना चाहते हैं। ਤੇ ਜੇਕਰ ਉੱਥੋਂ ਦੇ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਵੀ ਭਾਅ ਜਿਹੜੇ ਆ ਉਹ ਬਹੁਤ ਘੱਟ ਮਿਲਣ ਲੱਗ ਪਏ ਆ ਤੇ ਹੁਣ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਆਰਥਿਕ ਤੌਰ ਦੇ ਉੱਤੇ, ਤਾਂ ਸਾਨੂੰ ਇਹ ਗੱਲ ਕੰਧ ਦੇ ਉੱਤੇ ਲਿਖੀ ਹੋਈ ਪੜ੍ਹ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਪੈਰ ਪਿਛਾਂਹ ਨੂੰ ਖਿੱਚ ਲਏ ਤਾਂ ਫਿਰ ਸਾਡਾ ਵਾਲੀ ਵਾਰਸ ਕੋਈ ਨਹੀਂ ਹੋਣਾਗਾ, ਸਾਡਾ ਅੰਦੋਲਨ ਮਿੱਟੀ ਦੇ ਵਿੱਚ ਨਾ ਮਿਲੇ। ਇਸ ਕਰਕੇ ਸਾਨੂੰ ਦ੍ਰਿੜ ਰਹਿਣਾ ਚਾਹੀਦਾ। ਸਾਨੂੰ ਆਪਣੇ ਕਿਸਾਨ ਆਗੂਆਂ ਦੇ ਉੱਤੇ ਮਾਣ ਆ। ਜਿਵੇਂ ਲੰਘੇ ਕੱਲ ਤੋਮਰ ਹੋਰਾਂ ਦੀ ਤੇ ਰਾਜੇਵਾਲ ਦੀ ਆਪਸ ਦੇ ਵਿੱਚ ਬਹਿਸ ਹੋਣ ਦੀਆਂ ਖਬਰਾਂ ਵੀ ਮਿਲੀਆਂ, ਸਾਨੂੰ ਰਸ਼ਕ ਹੋਇਆ ਇਸ ਗੱਲ ਦੇ ਉੱਤੇ ਵੀ ਸਾਡੇ ਕਿਸਾਨ ਆਗੂ ਰੁਕੇ ਨਹੀਂ, ਝੁਕੇ ਨਹੀਂ, ਲਿਫੇ ਨਹੀਂ, ਉਹਨਾਂ ਨੇ ਕੋਈ ਸਮਝੌਤਾ ਨਹੀਂ ਕੀਤਾ। ਹਕੂਮਤ ਦੇ ਨਾਲ ਮੱਥਾ ਲਾਉਣਾ ਬਹੁਤ ਔਖਾ ਹੁੰਦਾ ਤੇ ਅਸੀਂ ਸਮਝ ਸਕਦੇ ਹਾਂ ਵੀ ਕਿੰਨਾ ਵੱਡਾ ਦਬਾਅ ਹੋਊਗਾ ਜਦੋਂ ਸਾਹਮਣੇ ਬਹਿ ਕੇ ਗੱਲ ਕਰਨੀ ਪੈਂਦੀ ਹੈ, ਪਰ ਫਿਰ ਵੀ ਉਹ ਇਮਾਨਦਾਰੀ ਨਾਲ ਇਸ ਵਕਤ ਟੱਕਰ ਲੈ ਰਹੇ ਆ। ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ, ਦੇ ਵੀ ਰਹੇ ਆ। ਉਹ ਝੁਕਣ ਨਾ ਤੇ ਫੁੱਟ ਨਾ ਪਵੇ ਕਿਸਾਨ ਜਥੇਬੰਦੀਆਂ ਦੇ ਵਿੱਚ, ਇਹਦੀ ਅਸੀਂ ਕਾਮਨਾ ਵੀ ਕਰਦੇ ਤੇ 100% ਦੀ ਸਾਨੂੰ ਜਿੱਤ ਮਿਲੇ, ਇਸ ਗੱਲ ਦੀ ਅਸੀਂ ਇੱਛਾ ਵੀ ਭਾਲਦੇ ਆ। ਸਾਡਾ ਚੇਤਾ ਬਹੁਤ ਕਮਜ਼ੋਰ ਹੋ ਗਿਆ। ਜਿਵੇਂ ਮੁੱਠੀ ਦੇ ਵਿੱਚੋਂ ਰੇਤ ਕਿਰ ਜਾਂਦੀ ਆ, ਸਾਡੇ ਚੇਤੇ ਦੇ ਵਿੱਚੋਂ ਗੱਲਾਂ ਇਉਂ ਕਿਰ ਜਾਂਦੀਆਂ। ਰਾਜਨੀਤਿਕ ਲੋਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਵੀ ਜਿੰਨਾ ਮਰਜ਼ੀ ਵੱਡਾ ਮੁੱਦਾ ਹੋਵੇ, ਭਾਰਤ ਦੇ ਵਿੱਚ 2-3 ਮਹੀਨੇ ਹੀ ਉਹਦੇ ਬਾਬਤ ਚੇਤੇ ਰੱਖਿਆ ਜਾਂਦਾ ਹੈ। ਬਾਅਦ ਦੇ ਵਿੱਚ ਨਵਾਂ ਮੁੱਦਾ ਆ ਜਾਂਦਾ, ਪਹਿਲੇ ਮੁੱਦੇ ਦੇ ਉੱਤੇ ਮਿੱਟੀ ਪੈ ਜਾਂਦੀ ਹੈ, ਗੱਲ ਖਤਮ ਹੋ ਜਾਂਦੀ ਹੈ। ਸ਼ਾਇਦ ਤੁਹਾਨੂੰ ਚੇਤੇ ਹੋਵੇ ਸ਼ਾਹੀਨ ਬਾਗ ਦਾ ਮੁੱਦਾ, ਤੇ ਜੇਕਰ ਤੁਹਾਨੂੰ ਸ਼ਾਹੀਨ ਬਾਗ ਦਾ ਮੁੱਦਾ ਚੇਤੇ ਆ ਤਾਂ ਆਪਾਂ ਨੂੰ ਇਹ ਵੀ ਚੇਤੇ ਹੋਣਾ ਚਾਹੀਦਾ ਵੀ ਇਹਦਾ ਸਿੱਟਾ ਕੋਈ ਨਹੀਂ ਨਿਕਲਿਆ। ਅੰਦੋਲਨਕਾਰੀ ਲੋਕਾਂ ਨੇ ਪਿੜ ਪੱਲੇ ਸਰਕਾਰ ਨੇ ਕੱਖ ਨਹੀਂ ਪਾਇਆ, ਬਦਨਾਮ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਭੇਜਿਆ। ਇਹ ਵੀ ਗੱਲ ਕਹੀ ਵੀ ਇਹ ਤਾਂ ਅੱਤਵਾਦੀ ਹਨ, ਇਹ ਤਾਂ ਫਲਾਣੇ ਹਨ, ਇਹ ਤਾਂ ਢੀਂਗ ਹਨ। ਉੱਥੇ ਇੱਕ ਵਿਅਕਤੀ ਦੇ ਵੱਲੋਂ ਗੋਲੀ ਚਲਾਈ ਗਈ ਸੀ, ਸ਼ਾਇਦ ਤੁਹਾਨੂੰ ਚੇਤੇ ਹੋਵੇ ਜਾਂ ਨਾ ਹੋਵੇ। ਗੁਰਜਰ ਨਾਂ ਦਾ ਉਹ ਵਿਅਕਤੀ ਆ ਜਿਹਨੇ ਗੋਲੀ ਚਲਾਈ ਸੀ। ਉਦੋਂ ਬਹੁਤ ਵੱਡੀਆਂ ਖਬਰਾਂ ਬਣੀਆਂ। ਹੁਣ ਉਸ ਬੰਦੇ ਨੇ ਭਾਜਪਾ ਦੇ ਮੰਚ ਦੇ ਉੱਤੇ ਆ ਕੇ ਗੱਲ ਕਹੀ ਕਿ ਮੈਂ ਭਾਜਪਾ ਦਾ ਬੇਹੱਦ ਕਦਰਦਾਨ ਹਾਂ, ਮੈਂ ਹਿੰਦੂਤਵ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਮੈਂ ਹਿੰਦੂ ਰਾਸ਼ਟਰ ਦੀ ਬਾਤ ਦੇ ਵਿੱਚ ਅੰਨਾ ਯਕੀਨ ਰੱਖਦਾ ਤੇ ਇਸ ਕਰਕੇ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਕਹਿਣ ਦਾ ਭਾਵ ਇਹ ਆ ਕਿ ਉਹ ਬੰਦਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ। ਜੇ ਕਿਸੇ ਹੋਰ ਨੇ ਗੋਲੀ ਚਲਾਈ ਹੁੰਦੀ ਉਹ ਦੇਸ਼ ਧਰੋਹੀ ਅਜੇ ਤੱਕ ਹੋਣਾ ਸੀ। ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਕਿਤੇ ਵੀ ਗੋਲੀ ਨਾ ਚੱਲੇ, ਕਿਤੇ ਵੀ ਕੋਈ ਹਿੰਸਾ ਨਾ ਹੋਵੇ, ਪਰ ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਭਗਤ ਤੇ ਦੇਸ਼ ਧਰੋਹੀ ਦੀ ਪਰਿਭਾਸ਼ਾ ਹੀ ਅੱਜ ਕੱਲ੍ਹ ਵੱਖਰੀ ਹੈ। ਜਿਹਨੇ ਗੋਲੀ ਚਲਾਈ ਕਿਉਂਕਿ ਉਹ ਆਪਣੀ ਬੁੱਕਲ ਦੇ ਵਿੱਚ ਬਹਿ ਗਿਆ, ਇਸ ਕਰਕੇ ਉਹ ਹੁਣ ਦੇਸ਼ ਭਗਤ ਬਣ ਗਿਆ। ਇਹ ਇੱਕ ਵੱਖਰੀ ਗੱਲ ਆ ਵੀ ਜਦੋਂ ਰੌਲਾ ਪੈ ਗਿਆ ਨਾਲ ਦੀ ਨਾਲ ਹੀ ਉਹਦੀ ਮੈਂਬਰਸ਼ਿਪ ਰੱਦ ਕਰਨ ਦੀਆਂ ਖਬਰਾਂ ਮਿਲੀਆਂ। ਪਰ ਉਸ ਬੰਦੇ ਨੂੰ ਜਿਹਨੇ ਕਿ ਸ਼ਾਹੀਨ ਬਾਗ ਦੇ ਵਿੱਚ ਜਾ ਕੇ ਗੋਲੀ ਚਲਾਈ ਸੀ, ਜਿਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਆਈਆਂ ਸੀ, ਜਿਹਦੇ ਸਿਰ ਦੇ ਉੱਤੇ ਬਦਨਾਮੀ ਦੇ ਟੋਕਰੇ ਰੱਖੇ ਗਏ ਸੀ, ਉਹ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ। ਤੇ ਭਾਜਪਾ ਦੀ ਇਕਾਈ ਨੇ ਜਿਹਨੇ ਉਹਨੂੰ ਸ਼ਾਮਲ ਕੀਤਾ ਉਹਨੇ ਪਤਾ ਕੀ ਕਿਹਾ? ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਕਿ ਇਸ ਬੰਦੇ ਦਾ ਰਿਕਾਰਡ ਕਿਹੋ ਜਿਹਾ, ਇਸ ਕਰਕੇ ਅਸੀਂ ਸ਼ਾਮਲ ਕਰ ਬੈਠੇ, ਸਾਡੇ ਚੇਤੇ ਹੀ ਨਹੀਂ ਰਿਹਾ ਕਿ ਸ਼ਾਹੀਨ ਬਾਗ ਦੇ ਵਿੱਚ ਇਹਨੇ ਗੋਲੀ ਚਲਾਈ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਦੇ ਵਿੱਚ CAA ਤੇ NRC ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸ਼ਰੇਆਮ ਫਾਇਰਿੰਗ ਕਰਨ ਵਾਲੇ ਕਪਿਲ ਗੁਰਜਰ ਨੂੰ ਰਸਮੀ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਲੰਘੇ ਕੱਲ੍ਹ ਮੌਕਾ ਮਿਲ ਗਿਆ। ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਪਿਲ ਗੁਰਜਰ ਨੇ ਕਿਹਾ, ਅਸੀਂ ਭਾਜਪਾ ਦੇ ਨਾਲ ਹਾਂ, ਭਾਜਪਾ ਹਿੰਦੂਤਵ ਨੂੰ ਮਜ਼ਬੂਤ ਕਰ ਰਹੀ ਹੈ, ਮੈਂ ਹਿੰਦੂਤਵ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ, ਮੈਂ ਹਿੰਦੂਤਵ ਦੇ ਲਈ ਕੰਮ ਕਰਨਾ ਚਾਹੁੰਦਾ, ਇਸ ਕਰਕੇ BJP ਦੇ ਵਿੱਚ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਮੇਰਾ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਸੀ, ਮੈਂ RSS ਦੇ ਨਾਲ ਵੀ ਜੁੜਿਆ ਹੋਇਆ। ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ CAA ਤੇ NRC ਵਿਰੋਧੀ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਦੇ ਕਰਕੇ ਹਫੜਾ ਦਫੜੀ ਮਚ ਗਈ ਸੀ। ਸ਼ਾਹੀਨ ਬਾਗ ਦੇ ਵਿੱਚ ਇਸ ਗੋਲੀਬਾਰੀ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਗੋਲੀਬਾਰੀ ਦਾ ਦੋਸ਼ੀ ਕਪਿਲ ਦਿੱਲੀ ਨੋਇਡਾ ਸਰਹੱਦ ਨੇੜੇ ਪੈਂਦੇ ਪਿੰਡ ਡੱਲੂਪੁਰਾ ਦਾ ਰਹਿਣ ਵਾਲਾ। ਕਪਿਲ ਨੂੰ 7 ਮਾਰਚ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦੇ ਉੱਤੇ ਰਿਹਾ ਕੀਤਾ। ਹਾਲਾਂਕਿ ਦਿੱਲੀ ਪੁਲਿਸ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ, ਪਰ ਅਦਾਲਤ ਨੇ ਕਪਿਲ ਨੂੰ ਜ਼ਮਾਨਤ ਦੇ ਦਿੱਤੀ ਤੇ ਉਸ ਨੂੰ ਰਿਹਾ ਕਰ ਦਿੱਤਾ। ਦੱਸਣਾ ਬਣਦਾ ਕਿ ਇਸ ਸਾਲ 1 ਫਰਵਰੀ ਨੂੰ ਕਪਿਲ ਨੇ ਸ਼ਾਹੀਨ ਬਾਗ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਨਾਗਰਿਕਤਾ ਸੋਧ ਐਕਟ ਦੇ ਵਿਰੋਧ ਦੇ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਕੱਢੇ ਗਏ ਮਾਰਚ ਦੇ ਵਿੱਚ ਮੁਲਜ਼ਮ ਨੇ ਗੋਲੀ ਚਲਾਈ ਸੀ। ਹਮਲੇ ਤੋਂ ਪਹਿਲਾਂ ਮੁਲਜ਼ਮ ਨੌਜਵਾਨ ਇੱਕ ਤੋਂ ਬਾਅਦ ਇੱਕ ਕਈ ਵਾਰ ਫੇਸਬੁੱਕ ਦੇ ਉੱਤੇ ਲਾਈਵ ਹੋਇਆ। ਇੱਕ ਫੇਸਬੁੱਕ ਪੋਸਟ ਦੇ ਵਿੱਚ ਉਹਨੇ ਕਿਹਾ ਸੀ, ਸ਼ਾਹੀਨ ਬਾਗ ਗੇਮ ਓਵਰ। ਉਸੇ ਸਮੇਂ ਇੱਕ ਹੋਰ ਪੋਸਟ ਦੇ ਵਿੱਚ ਕਪਿਲ ਨੇ ਦੋਸਤਾਂ ਨੂੰ ਉਹਨੂੰ ਕਾਲ ਕਰਨ ਵਾਸਤੇ ਨਾਂ ਲਿਖਿਆ। ਪੁਲਿਸ ਦੁਆਰਾ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ ਉਹ ਚੀਕਦਾ ਰਿਹਾ ਤੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਸਿਰਫ ਹਿੰਦੂ ਹੀ ਰਹਿਣਗੇ, ਹਿੰਦੂ ਹੀ ਸਭ ਕੁਝ ਕਰਨਗੇ, ਹੋਰ ਕੋਈ ਕੁਝ ਨਹੀਂ ਕਰੇਗਾ। ਤੇ ਮੀਡੀਆ ਦੇ ਵਿੱਚ ਕਪਿਲ ਗੁਰਜਰ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ UP ਦੇ ਗਾਜ਼ੀਆਬਾਦ ਮਹਾਨਗਰ ਭਾਜਪਾ ਪ੍ਰਧਾਨ ਨੇ ਕਪਿਲ ਗੁਰਜਰ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੁਰੰਤ ਪ੍ਰਭਾਵ ਦੇ ਨਾਲ ਰੱਦ ਵੀ ਕਰ ਦਿੱਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਕਪਿਲ ਗੁਰਜਰ ਨੇ ਉਸ ਮਾਰਚ ਦੇ ਵਿੱਚ ਗੋਲੀ ਚਲਾਈ ਸੀ ਜਿਹਦੇ ਕਰਕੇ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਸੀ,
ਉਦੋਂ ਇਸ ਗੱਲ ਦੀ ਸਮਝ ਨਹੀਂ ਸੀ ਲੱਗ ਰਹੀ ਕਿ ਇਸ ਬੰਦੇ ਦੇ ਪਿੱਛੇ ਕੌਣ ਹੈ, ਇਹ ਬੰਦਾ ਕਿਹਨੇ ਭੇਜਿਆ ਹੋਇਆ। ਉਦੋਂ ਰਾਜਨੀਤਿਕ ਵਾਰਤਾ ਬੜੀ ਛਿੜੀ ਸੀ, ਇੱਕ ਨੇ ਦੂਜੇ ਉੱਤੇ ਦੋਸ਼ ਲਾਇਆ, ਦੂਜੇ ਨੇ ਤੀਜੇ ਦੇ ਉੱਤੇ ਲਾਇਆ ਵੀ ਭਾਈ ਇਹ ਬੰਦਾ ਕਿਹਦਾ, ਇਸ ਬੰਦੇ ਦੀਆਂ ਤਾਰਾਂ ਕਿਤੇ ਵਿਦੇਸ਼ ਨਾਲ ਨਾ ਜੁੜੀਆਂ ਹੋਣ, ਇਹ ਬੰਦਾ ਕਿਤੇ ਪਾਕਿਸਤਾਨ ਨੇ ਨਾ ਭੇਜਿਆ ਹੋਵੇ, ਇਹ ਬੰਦਾ ਕਿਤੇ ਖੁਫੀਆ ਏਜੰਸੀਆਂ ਦੇ ਨਾਲ ਨਾ ਜੁੜਿਆ ਹੋਵੇ, ਵਿਦੇਸ਼ੀ ਤਾਕਤਾਂ ਨਾਲ ਨਾ ਜੁੜਿਆ ਹੋਵੇ। ਪਰ ਵਿੱਚੋਂ ਹੁਣ ਸਾਰਾ ਕੁਝ ਸਾਹਮਣੇ ਆ ਗਿਆ, ਬਿੱਲੀ ਥੈਲੇ ਦੇ ਵਿੱਚੋਂ ਸਾਹਮਣੇ ਆ ਚੁੱਕੀ ਹੈ। ਇਹ ਕਪਿਲ ਗੁਰਜਰ ਖੁਦ ਹੀ ਕਹਿੰਦਾ ਜੀ ਕਿ ਮੈਂ RSS ਦੇ ਨਾਲ ਸਹਿਮਤ ਹਾਂ, ਮੈਂ RSS ਦਾ ਪੱਕਾ ਚੇਲਾ ਚਾਟੜਾ। ਤੇ ਇਹਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਭਾਜਪਾ ਦੇ ਨਾਲ ਹੀ ਜੁੜਿਆ ਹੋਇਆ, ਤੇ ਇਹਨੇ ਕਿਹਾ ਜੀ ਕਿ ਮੈਂ ਹਿੰਦੂ ਰਾਸ਼ਟਰਵਾਦ ਦੇ ਹੱਕ ਦੇ ਵਿੱਚ ਹਾਂ, ਮੈਂ ਹੋਰ ਕੁਝ ਚਾਹੁੰਦਾ ਨਹੀਂ, ਸਿਰਫ ਹਿੰਦੂਤਵ ਦੀ ਗੱਲ ਭਾਜਪਾ ਹੀ ਕਰ ਸਕਦੀ ਹੈ, ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਭਾਜਪਾ ਦੇ ਵਿੱਚ ਆਇਆ। ਜੇਕਰ ਭਾਜਪਾ ਦੀ ਇਕਾਈ ਨੂੰ ਵਿਵਾਦ ਪੈਦਾ ਹੋਣ ਤੋਂ ਬਾਅਦ ਇਹਨੂੰ ਪਾਰਟੀ ਦੇ ਵਿੱਚੋਂ ਕੱਢਣਾ ਪੈ ਸਕਦਾ, ਤਾਂ ਸਵਾਲ ਇਹ ਪੈਦਾ ਹੁੰਦਾ ਵੀ ਇਹ ਕਿਹੜਾ ਵਿਵਾਦ 4 ਸਾਲ 5 ਸਾਲ ਜਾਂ 10 ਸਾਲ ਪੁਰਾਣਾ, ਇਸੇ ਸਾਲ ਦਾ ਫਰਵਰੀ ਮਹੀਨੇ ਦਾ ਵਿਵਾਦ ਹੋਵੇ ਤੇ ਤੁਹਾਨੂੰ 8-10 ਮਹੀਨੇ ਦੀ ਗੱਲ ਕੋਈ ਪੁਰਾਣੀ ਚੇਤੇ ਨਾ ਹੋਵੇ। ਤੇ ਹਾਲੇ ਆਪਾਂ ਇਹ ਗੱਲ ਕਹਿੰਦੇ ਆ ਕਿ 70 ਸਾਲ ਤੋਂ ਉੱਪਰ ਦੇ ਸਮੇਂ ਦੀ ਸਾਨੂੰ ਕੱਲੀ ਗੱਲ ਚੇਤੇ ਹੈ। ਹੋਰਨਾਂ ਪਾਰਟੀਆਂ ਨੇ ਭਾਰਤ ਦੇ ਵਿੱਚ ਕੀਤਾ ਕੁਝ ਨਹੀਂ, ਇਤਿਹਾਸ ਨੂੰ ਉਹਨਾਂ ਨੇ ਤਬਾਹ ਕਰਕੇ ਰੱਖ ਦਿੱਤਾ। ਅਸੀਂ ਇਤਿਹਾਸ ਨੂੰ ਬਚਾਉਣ ਦੇ ਲਈ ਆਏ ਹਾਂ। 10 ਮਹੀਨੇ ਪੁਰਾਣੀ ਤੁਹਾਨੂੰ ਗੱਲ ਨਹੀਂ ਚੇਤੇ ਤੇ 17 ਸਾਲਾਂ ਤੋਂ ਤੁਸੀਂ ਗੱਲ ਸ਼ੁਰੂ ਕਰਦੇ ਹੋ। ਇਸ ਕਰਕੇ ਤੁਹਾਨੂੰ ਪੈਰਾਂ ਦੇ ਉੱਤੇ ਪਾਣੀ ਨਾ ਪੈਣ ਦੇਣ ਦੀ ਆਦਤ ਹੈਗੀ ਆ, ਤੁਸੀਂ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦੇ। ਪਰ ਗੱਲ ਇਹ ਹੈ ਵੀ ਇਹੋ ਜਿਹੇ ਬੰਦਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਨਾਲ, ਬਦਨਾਮੀ ਹੁੰਦੀ ਦੇਖ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੇ ਮਾਮਲੇ ਦੇ ਨਾਲ ਤੁਹਾਡਾ ਅਸਲੀ ਚਿਹਰਾ ਨਜ਼ਰ ਆ ਜਾਂਦਾ ਵੀ ਆਪਾਂ ਕਰਦੇ ਕੀ ਆ ਤੇ ਆਪਣੀ ਸੋਚ ਕਿਹੜੀ ਹੈ। ਮੈਂ ਅੱਜ ਵੀ ਇਹ ਸੋਚ ਰਿਹਾ ਵੀ ਜੇਕਰ ਇਹ ਬੰਦਾ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੁੰਦਾ, ਇਸ ਭਾਰਤ ਦੇ ਵਿੱਚ ਗੋਦੀ ਮੀਡੀਆ ਨੇ ਪੂਰਾ ਅਸਮਾਨ ਸਿਰ ਦੇ ਉੱਤੇ ਚੱਕ ਲੈਣਾ ਸੀ ਵੀ ਦੇਖੋ ਜੀ ਤਬਾਹ ਹੋ ਗਿਆ, ਇਹ ਗੁੰਡਾ ਅਨਸਰ ਨੂੰ ਸ਼ਾਮਲ ਕਰ ਲਿਆ, ਇਹ ਤਾਂ ਜੀ ਹੋਰ ਜਿਹੜੇ ਦੇਸ਼ਾਂ ਦੇ ਵਿੱਚੋਂ ਫੰਡਿੰਗ ਵਾਲੇ ਬੰਦੇ ਆ ਉਹਨਾਂ ਨੂੰ ਪਾਰਟੀਆਂ ਸ਼ਾਮਲ ਕਰੀ ਜਾਂਦੀਆਂ। ਪਰ ਕਿਉਂਕਿ ਭਾਜਪਾ ਦੇ ਵਿੱਚ ਸ਼ਾਮਲ ਹੋਇਆ, ਗੱਲ ਨੂੰ ਨੈਸ਼ਨਲ ਮੀਡੀਆ ਨੇ ਦੱਬ ਲਿਆ। ਉਹ ਨੈਸ਼ਨਲ ਮੀਡੀਆ ਜਿਹੜਾ ਕਿ ਇਸ ਵਕਤ ਸਰਕਾਰ ਦੀ ਗੋਦੀ ਦੇ ਵਿੱਚ ਬੈਠਾ, ਉਹਦੇ ਐਨਕਾਂ ਪਤਾ ਨਹੀਂ ਕਿਹੋ ਜਿਹੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਸੱਚ ਹੀ ਨਹੀਂ ਨਜ਼ਰ ਆਉਂਦਾ, ਉਹਨਾਂ ਨੂੰ ਦਿਸਦਾ ਹੀ ਕੁਝ ਨਹੀਂ ਗਾ। ਇਸ ਕਰਕੇ ਭਾਈ ਮੀਡੀਆ ਆਪਣਾ ਫਰਜ਼ ਤਨਦੇਹੀ ਦੇ ਨਾਲ ਨਿਭਾਵੇ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਆਦਤ ਪਾਵੇ। ਵਿਵਾਦ ਭਾਰਤ ਦੇ ਵਿੱਚ ਬਹੁਤ ਸਾਰੇ ਪੈਦਾ ਹੁੰਦੇ ਆ। ਪਤਾ ਲੱਗਾ ਜੀ ਕਿ ਹੁਣ ਜਿਹੜੀਆਂ ਆਉਂਦੇ ਸਮੇਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ, ਉਹਦੇ ਮੁਤਲਕ ਵੀ ਵਿਵਾਦ ਛਿੜਿਆ ਹੋਇਆ। ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਜੇਕਰ ਭਾਜਪਾ ਦੇ ਆਗੂਆਂ ਨੂੰ ਇਸ ਵਕਤ ਰੈਲੀਆਂ ਕਰਨ ਦੀ ਆਗਿਆ ਹੀ ਨਹੀਂ ਮਿਲੂਗੀ, ਜੇਕਰ ਕਿਸਾਨ ਲਗਾਤਾਰ ਵਿਰੋਧ ਕਰਨਗੇ, ਤਾਂ ਫਿਰ ਇਹ ਦੱਸੋ ਜੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਵਿਚਰ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ। ਪਰ ਇਸੇ ਦਰਮਿਆਨ ਇੱਕ ਹੋਰ ਵਿਵਾਦ ਦੀ ਖਬਰ ਆ ਗਈ ਹੈ, ਉਹ ਹੈਗੀ ਆ ਨਵਜੋਤ ਸਿੰਘ ਸਿੱਧੂ ਦੇ ਹਵਾਲੇ ਨਾਲ। ਨਵਜੋਤ ਸਿੰਘ ਸਿੱਧੂ ਦੀ ਬਾਤ ਅਸੀਂ ਕੱਲ੍ਹ ਵੀ ਪੇਸ਼ ਕੀਤੀ ਸੀ ਵੀ ਉਹਨੇ ਇੱਕ ਲੋਈ ਲਈ, ਲੋਈ ਦੇ ਉੱਤੇ ਖੰਡਾ ਸਾਹਿਬ ਵੀ ਆ ਤੇ ਉਹਦੇ ਉੱਤੇ ਏਕਮਕਾਰ ਵੀ ਲਿਖਿਆ ਹੋਇਆ, ਇੱਕ ਨਹੀਂ ਸਗੋਂ ਕਈ ਵਾਰ ਲਿਖਿਆ ਹੋਇਆ। ਇਸ ਮਾਮਲੇ ਦੇ ਉੱਤੇ ਵਿਵਾਦ ਪੈਦਾ ਹੋਇਆ ਵੀ ਕੀ ਸਿੱਧੂ ਨੂੰ ਦਿਸਿਆ ਨਹੀਂ ਜਾਂ ਉਹਨੇ ਜਾਣਬੁੱਝ ਕੇ ਸਾਰਾ ਕੁਝ ਕੀਤਾ, ਤੇ ਮਾਮਲਾ ਅਕਾਲ ਤਖਤ ਸਾਹਿਬ ਦੇ ਉੱਤੇ ਚਲਾ ਗਿਆ ਤੇ ਮੰਗ ਕੀਤੀ ਗਈ ਸੀ ਮਾਫੀ ਦੀ ਤੇ ਢੁਕਵੀਂ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਕਿਉਂਕਿ ਭਾਵਨਾ ਭੜਕ ਗਈ ਆ। ਹੁਣ ਨਵਜੋਤ ਸਿੰਘ ਸਿੱਧੂ ਨੇ ਮਾਫੀ ਮੰਗ ਲਈ ਹੈ ਤੇ ਭਾਵਨਾ ਦਾ ਪਤਾ ਨਹੀਂ ਗਾ ਜੀ ਕਿ ਹੁਣ ਉਹ ਤ੍ਰਿਪਤੀ ਹੋਈ ਕਿ ਨਹੀਂ ਹੋਈ। ਪਰ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੱਖ-ਵੱਖ ਧਾਰਮਿਕ ਚਿੰਨ੍ਹਾਂ ਨੂੰ ਲੋਕ ਵਰਤਦੇ ਆ। ਜੇਕਰ ਕੋਈ ਪੱਗ ਦੇ ਵਿੱਚ ਕਿਸੇ ਧਾਰਮਿਕ ਚਿੰਨ੍ਹ ਨੂੰ ਵਰਤਦਾ, ਕੋਈ ਆਪਣੇ ਪਿੰਡੇ ਦੇ ਉੱਤੇ ਕੁਝ ਉਕਰਦਾ, ਜੇਕਰ ਕਿਸੇ ਨੇ ਕੋਈ ਹੋਰ ਤਰੀਕੇ ਦੇ ਨਾਲ ਉਹਦਾ ਹੀ ਜ਼ਿਕਰ ਕੀਤਾ, ਤਾਂ ਇਸ ਮਾਮਲੇ ਨੂੰ ਬਹੁਤ ਤੂਲ ਨਹੀਂ ਦੇਣੀ ਚਾਹੀਦੀ। ਪਰ ਜੇਕਰ ਕਿਸੇ ਦੀ ਭਾਵਨਾ ਭੜਕੀ ਹੈ ਤਾਂ ਭਾਈ ਮੈਂ ਮਾਫੀ ਮੰਗਦਾ, ਉਹਨੇ ਮਾਫੀ ਮੰਗ ਲਈ ਹੈ। ਪਰ ਕੀ ਹੁਣ ਉਹਨੂੰ ਮਾਫ ਕੀਤਾ ਜਾਊਗਾ ਜਾਂ ਨਹੀਂ, ਇਹ ਵਕਤ ਬਿਆਨ ਕਰੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲੋਈ ਦੇ ਉੱਤੇ ਖੰਡਾ ਸਾਹਿਬ ਤੇ ਏਕਮਕਾਰ ਲਿਖੇ ਜਾਣ ਦੇ ਮੁੱਦੇ ਦੇ ਉੱਤੇ ਜੋ ਵਿਵਾਦ ਛਿੜਿਆ, ਉਹਦੇ ਤੋਂ ਮਾਫੀ ਮੰਗ ਲਈ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਸ ਮੁੱਦੇ ਨੇ ਇਹਨਾਂ ਤੂਲ ਫੜ ਜਾਣਾ। ਉਹਨਾਂ ਨੇ ਕਿਹਾ ਜੀ ਕਿ ਜੇਕਰ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਮੇਰੇ ਇਹ ਸਭ ਕੁਝ ਦੇ ਕਰਨ ਕਰਕੇ ਸੱਟ ਵੱਜੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਜਨਤਕ ਸਮਾਗਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਲੋਈ ਲੈ ਕੇ ਗਏ ਸਨ। ਉਸ ਲੋਈ ਦੇ ਉੱਤੇ ਖੰਡਾ ਸਾਹਿਬ ਤੇ ਏਕਮਕਾਰ ਉਕਰੇ ਹੋਏ ਸਨ, ਜਿਸ ਕਰਕੇ ਇਹ ਮੁੱਦਾ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਧਾਰਮਿਕ ਸੰਗਠਨਾਂ ਦੇ ਵੱਲੋਂ ਚੁੱਕਿਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੋਂ ਮੰਗ ਕੀਤੀ ਗਈ ਸੀ ਕਿ ਨਵਜੋਤ ਸਿੱਧੂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸਿੱਧੂ ਨੇ ਮਾਫੀ ਮੰਗ ਲਈ ਤੇ ਮਾਫੀ ਤੋਂ ਵੱਡਾ ਸੰਕਲਪ ਕੋਈ ਨਹੀਂ। ਇਸ ਕਰਕੇ ਇਹ ਮਾਮਲਾ ਮੇਰੇ ਖਿਆਲ ਦੇ ਮੁਤਾਬਕ ਤਾਂ ਇੱਥੇ ਮੁੱਕ ਜਾਂਦਾ। ਬਾਕੀ ਵਕਤ ਦੱਸੂਗਾ ਕਿ ਜਥੇਬੰਦੀਆਂ ਕੀ ਕਹਿਣਗੀਆਂ ਤੇ ਜਥੇਦਾਰ ਸਾਹਿਬ ਇਸ ਮੁਤਲਕ ਕੀ ਕਹਿੰਦੇ ਆ। ਪਰ ਮੈਨੂੰ ਇਹ ਜਾਪਦਾ ਜੀ ਕਿ ਇਸ ਮਾਮਲੇ ਦੇ ਨਾਲ ਨਾਲ ਹੋਰ ਬਹੁਤ ਸਾਰੇ ਮਾਮਲੇ ਵੀ ਜੁੜੇ ਹੋਏ ਆ ਕਿ ਅਸੀਂ ਨੈਤਿਕ ਤੌਰ ਦੇ ਉੱਤੇ ਅੱਜ ਕਿੱਥੇ ਜੇ ਖੜ੍ਹੇ ਹਾਂ। ਜਿਹੜੇ ਵੀ ਸੱਜਣ ਭੈਣਾਂ ਵੀਰ ਇਸ ਵਕਤ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਵਿੱਚ ਯਕੀਨ ਰੱਖਦੇ ਆ,
ਉਹਨਾਂ ਨੂੰ ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਚੱਲਣ ਦਾ ਅਹਿਦ ਵੀ ਕਰਨਾ ਚਾਹੀਦਾ। ਅਸੀਂ ਇਕੱਲਾ ਮਾਮਲੇ ਨੂੰ ਵੱਡਾ ਨਾ ਕਰਿਆ ਕਰਗੇ, ਅਸੀਂ ਗੁਰੂ ਸਾਹਿਬ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਵੀ ਕਰਿਆ ਕਰਗੇ। ਸੋ ਬਹੁਤ ਸਾਰੇ ਲੋਕ ਚੱਲਦੇ ਆ, ਕਈ ਲੋਕ ਸਿਰਫ ਵਿਖਾਵਾ ਕਰਦੇ ਆ, ਕਈ ਲੋਕ ਵੱਖਰੀ ਸੁਰ ਰੱਖਦੇ ਆ ਇਸ ਮਾਮਲੇ ਦੇ ਉੱਤੇ। ਸਭ ਦੀ ਵਿਚਾਰਧਾਰਾ ਆਪੋ ਆਪਣੀਆਂ, ਅਸੀਂ ਇਹਦੇ ਉੱਤੇ ਟਿੱਪਣੀ ਨਹੀਂ ਕਰਦੇ। ਪਰ ਗੱਲ ਇਹ ਆ ਵੀ ਭਾਰਤ ਦੇ ਵਿੱਚ ਹਰ ਗੱਲ ਦੇ ਉੱਤੇ ਮੁੱਦਾ ਕਈ ਵਾਰ ਬਣ ਜਾਂਦਾ, ਪਰ ਮਸਲੇ ਦਾ ਹੱਲ ਫਿਰ ਨਹੀਂ ਨਿਕਲਦਾ। ਜੇਕਰ ਕਿਸੇ ਮਸਲੇ ਦਾ ਸਥਾਈ ਹੱਲ ਨਿਕਲੇ ਤਾਂ ਸਭ ਨੂੰ ਸੰਤੁਸ਼ਟੀ ਹੋਣੀ ਕੁਦਰਤੀ ਹੈ। ਸੋ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਚੁੱਪ ਜੀ ਵੱਟੀ ਬੈਠੇ ਆ। ਲੱਗਦਾ ਇਹ ਸੀ ਕਿ ਉਹ ਕਿਸਾਨੀ ਮੁੱਦੇ ਦੇ ਵਿੱਚ ਵੱਡਾ ਯੋਗਦਾਨ ਪਾਉਣਗੇ, ਪਰ ਉਹ ਆਪਣੇ ਨਿੱਜੀ YouTube ਚੈਨਲ ਜਿੱਤੇਗਾ ਪੰਜਾਬ ਦੇ ਉੱਤੇ ਤਾਂ ਕੁਝ ਕੁ ਦਿਨਾਂ ਬਾਅਦ ਕੋਈ ਨਾ ਕੋਈ ਵਿਚਾਰ ਪੇਸ਼ ਕਰਦੇ ਆ, ਪਰ ਨਿੱਠ ਕੇ ਲੋਕਾਂ ਦੇ ਵਿੱਚ ਹਾਲੇ ਤੱਕ ਉਹਨਾਂ ਨੇ ਵਿਚਰਨਾ ਨਹੀਂ ਸ਼ੁਰੂ ਕੀਤਾ। ਉਹਦੇ ਪਤਾ ਨਹੀਂ ਕਿਹੜੇ ਕਾਰਨ ਹੋਣਗੇ, ਸ਼ਾਇਦ ਨਿੱਜੀ ਜਾਂ ਪਾਰਟੀ ਦੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।